ਮਿਤੀ 30 ਅਪ੍ਰੈਲ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 2380 ਸੈਂਪਲਸ ਜਿਹੜੇ ਹੈਗੇ ਉਹ ਕਲੈਕਟ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 63 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਆਏ ਨੇ ਔਰ ਨੈਗੇਟਿਵ ਸੈਂਪਲ ਜਿਹੜੇ ਹੈਗੇ ਉਹ 2018 ਨੇ। ਬਾਕੀ ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਆਉਣ ਵਾਲੀ ਬਾਕੀ ਹੈ। ਅੱਜ ਅਸੀਂ ਆਪਣੇ ਜ਼ਿਲ੍ਹੇ ਤੋਂ ਬਾਹਰ ਦੇ ਜਿਹੜੇ ਕੇਸਿਸ ਸੀਗੇ ਉਹਨਾਂ ਨੂੰ ਇਹਦੇ ਵਿੱਚੋਂ ਮਾਈਨਸ ਕਰਤਾ ਹੈਗਾ। ਸਿਰਫ ਔਰ ਸਿਰਫ ਆਪਣੇ ਜ਼ਿਲ੍ਹੇ ਦੇ ਜਿਹੜੇ ਕੇਸਿਸ ਹੈਗੇ ਸਿਰਫ ਔਰ ਸਿਰਫ ਉਹਨਾਂ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ। ਤਾਂ ਕੱਲ੍ਹ ਤੱਕ ਸਾਡੇ 29 ਕੇਸ ਜਿਹੜੇ ਸੀਗੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸੀਗੇ। ਅੱਜ 34 ਕੇਸ ਜਿਹੜੇ ਹੈਗੇ ਉਹ ਨਵੇਂ ਆਏ ਨੇ, ਜਿਹਦੇ ਵਿੱਚੋਂ 23 ਕੇਸ ਜਿਹੜੇ ਹੈਗੇ ਉਹ ਨਾਂਦੇੜ ਦੇ ਨਾਲ ਰਿਲੇਟਡ, ਨਾਂਦੇੜ ਤੋਂ ਜਿਹੜੇ ਪਿਲਗ੍ਰਿਮਸ ਜਿਹੜੇ ਵਾਪਸ ਆਏ ਨੇ ਉਹਨਾਂ ਦੇ ਨਾਲ ਉਹ ਨੇ। ਤਾਂ ਇੱਕ ਕੇਸ ਜਿਹੜਾ ਹੈਗਾ ਉਹ ਬਾਹਰੋਂ ਜਿਹੜੀ ਲੇਬਰ ਵਾਪਸ ਆਈ ਹੈ ਉਹਦੇ ਵਿੱਚੋਂ ਹੈਗੇ। 10 ਕੇਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਵਿੱਚ ਨਵੇਂ ਰਿਪੋਰਟ ਹੋਏ ਨੇ, ਜਿਨ੍ਹਾਂ ਦੀ ਹਾਲੇ ਤਫਤੀਸ਼ ਕਿ ਉਹ ਕਿੱਥੋਂ ਆਏ ਨੇ, ਕਿਹੜੀ ਕੰਟੈਕਟ ਟ੍ਰੇਸਿੰਗ ਦੇ ਰਾਹੀਂ ਆਏ ਨੇ ਜਾਂ ਫਿਰ ਨਵੇਂ ਕੇਸ ਨੇ, ਉਹ ਹਾਲੇ ਚੱਲਦੀ ਪਈ ਹੈ, ਜਿਸ ਨੂੰ ਅਸੀਂ ਬਾਅਦ ਦੇ ਵਿੱਚ ਸ਼ੇਅਰ ਕਰ ਦੇਵਾਂਗੇ। ਲੇਕਿਨ ਇੰਨੇ ਸਾਰੇ ਜ਼ਿਆਦਾ ਕੇਸਿਸ ਇੱਕ ਦਿਨ 'ਚ ਆਉਣ ਦੇ ਨਾਲ ਮੈਂ ਸਾਰੇ ਕੇ ਸਾਰੇ ਬੰਦਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕਾਈਂਡਲੀ ਜਿਹੜੇ ਲੋਕਡਾਊਨ ਹੈਗਾ, ਕਰਫਿਊ ਹੈਗਾ, ਉਸ ਦੀ ਪਾਲਣਾ ਕਰਨ। ਇਹ ਬਿਮਾਰੀ ਜਿਹੜੀ ਹੈਗੀ ਕਦੇ ਵੀ ਕਿਸੇ ਵੀ ਤਰੀਕੇ ਨਾਲ ਬਹੁਤ ਛੇਤੀ ਵੱਧ ਸਕਦੀ ਹੈ। ਇੱਕ ਦਿਨ ਦੇ ਵਿੱਚ 34 ਕੇਸ, ਮਤਲਬ ਕੱਲ੍ਹ ਤੱਕ ਸਾਡੇ ਕੋਲ 29 ਕੇਸ ਸੀਗੇ ਜ਼ਿਲ੍ਹਾ ਲੁਧਿਆਣਾ ਵਾਲੇ, ਔਰ ਅੱਜ 34 ਕੇਸ ਇਕੱਲੇ ਇੱਕ ਦਿਨ 'ਚ ਆ ਗਏ ਨੇ, ਯਾਨੀ ਕਿ ਡਬਲ ਜਿਹੜਾ ਹੈਗਾ ਉਹ ਇੱਕ ਦਿਨ 'ਚ ਹੀ ਹੋ ਗਿਆ ਹੈ। ਤਾਂ ਇਹ ਨੰਬਰ ਜਿਹੜਾ ਹੈਗਾ ਕਦੇ ਵੀ ਐਕਸਪੋਨੈਂਸ਼ੀਅਲ ਗਰੋਥ ਜਿਹੜੀ ਹੈਗੀ ਇਹਦੀ ਹੋ ਸਕਦੀ ਹੈ। ਤਾਂ ਇਸ ਕਰਕੇ ਸਾਨੂੰ ਆਪਣਾ ਡਿਸਿਪਲਿਨ ਜਿਹੜਾ ਹੈਗਾ ਉਹ ਮੰਨਣਾ ਪਵੇਗਾ। ਜੇ ਆਪ ਆਪਣੇ ਆਪ ਨੂੰ ਡਿਸਿਪਲਿਨ ਰੱਖਾਂਗੇ ਤਾਂ ਫਿਰ ਇਹ ਬਿਮਾਰੀ 'ਤੇ ਅਸੀਂ ਕਾਬੂ ਪਾ ਸਕਦੇ ਹਾਂ, ਇਸ ਦੇ ਨਾਲ ਲੜ ਸਕਦੇ ਹਾਂ। ਕਿਉਂਕਿ ਅੱਜ ਜਿਹੜੀ ਪਹਿਲੇ ਦਿਨ ਰਿਲੈਕਸੇਸ਼ਨ ਦੀ ਸੀਗੀ 7 ਵਜੇ ਤੋਂ 11 ਵਜੇ ਵਾਲੀ, ਆਮ ਤੌਰ 'ਤੇ ਕਈ ਥਾਵਾਂ 'ਤੇ ਵੇਖਿਆ ਗਿਆ ਕਿ ਲੋਕ ਜਿਹੜੇ ਸੀਗੇ ਉਹ 11:30 ਪੌਣੇ 12 ਵਜੇ ਤੱਕ ਵੀ ਬਾਹਰ ਘੁੰਮ ਰਹੇ ਸੀਗੇ। ਇਹ ਸਿਰਫ ਔਰ ਸਿਰਫ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਸਾਰੇ ਬੰਦਿਆਂ ਨੂੰ ਅੰਦਰ ਕਰਨਾ ਹੈ। ਅਸੀਂ ਜਦ ਇਸ ਚੀਜ਼ ਨੂੰ ਜਾਣਦੇ ਹਾਂ ਕਿ ਰਿਲੈਕਸੇਸ਼ਨ ਜਿਹੜੀ ਹੈਗੀ 7 ਵਜੇ ਤੋਂ 11 ਵਜੇ ਤੱਕ ਦੀ ਹੀ ਦਿੱਤੀ ਗਈ ਹੈ, ਤਾਂ 11 ਵਜੇ ਆਪ ਹੀ ਸਾਨੂੰ ਅੰਦਰ ਚਲਾ ਜਾਣਾ ਚਾਹੀਦਾ ਹੈ। ਜੇ ਅੱਗੇ ਤੋਂ ਇਸ ਤਰ੍ਹਾਂ ਦੀ ਢਿੱਲ ਜਿਹੜੀ ਹੈਗੀ ਲੋਕਾਂ ਵੱਲੋਂ ਕੀਤੀ ਜਾਵੇਗੀ ਤਾਂ ਫਿਰ ਪੁਲਿਸ ਸਖਤ ਕਾਰਵਾਈ ਵੀ ਜਿਹੜੀ ਹੈਗੀ ਕਰ ਸਕਦੀ ਹੈ। ਤਾਂ ਇਸ ਕਰਕੇ ਮੈਂ ਸਾਰੇ ਕੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ, ਬੇਨਤੀ ਕਰਦਾ ਹਾਂ ਕਿ ਇਸ ਬਿਮਾਰੀ ਨੂੰ ਚੰਗੀ ਤਰ੍ਹਾਂ ਸਮਝੋ। ਇਸ ਬਿਮਾਰੀ ਨੂੰ ਜੇ ਤੁਸੀਂ ਚੰਗੀ ਤਰ੍ਹਾਂ ਸਮਝੋਗੇ, ਇਸ ਬਿਮਾਰੀ ਤੋਂ ਬਚਣ ਦੇ ਉਪਰਾਲੇ ਵੀ ਜਿਹੜੇ ਹੈਗੇ ਉਹ ਪਹਿਲਾਂ ਵੀ ਦੱਸੇ ਗਏ ਨੇ ਕਿ ਅਸੀਂ ਆਪਣੇ ਆਪ ਨੂੰ ਹੀ ਬਚਾਵਾਂਗੇ ਤਾਂ ਹੀ ਇਸ ਬਿਮਾਰੀ ਨੂੰ ਅਸੀਂ ਹਰਾ ਸਕਦੇ ਹਾਂ। ਕੋਈ ਹੋਰ ਨਾ ਦਵਾਈ ਇਸ ਦੀ ਹੈਗੀ, ਨਾ ਕੋਈ ਤਰੀਕਾ ਇਸ ਦਾ ਹੈਗਾ। ਇਸ ਨੂੰ ਹਰਾਉਣ ਦਾ ਸਿਰਫ ਔਰ ਸਿਰਫ ਇੱਕੋ ਹੀ ਤਰੀਕਾ ਹੈਗਾ ਕਿ ਅਸੀਂ ਇਸ ਬਿਮਾਰੀ ਨੂੰ ਲੈ ਕੇ ਨਹੀਂ ਆਉਣਾ, ਇਸ ਬਿਮਾਰੀ ਨੂੰ ਜਿੱਥੇ ਹੈਗੀ ਉੱਥੇ ਹੀ ਪਏ ਰਹਿਣ ਦੇਣਾ ਹੈ। ਅਸੀਂ ਆਪਣੇ ਆਪ ਨੂੰ ਸੇਫ ਰੱਖਣਾ ਹੈ। ਤਾਂ 7 ਤੋਂ 11 ਵਜੇ ਤੱਕ ਦੀ ਜਿਹੜੀ ਢਿੱਲ ਸੀਗੀ ਅੱਜ ਦੀ, ਉਹ ਅੱਗੇ ਵੀ ਹਲਦੀ ਘੜੀ ਜਾਰੀ ਰਹੇਗੀ। ਲੇਕਿਨ ਇਹਦੇ ਵਿੱਚ ਮੈਂ ਇਹ ਕਲੀਅਰ ਕਰਨਾ ਚਾਹਾਂਗਾ ਕਿ ਕੋਈ ਵੀ ਬੰਦਾ ਮਾਰਕੀਟ ਦੇ ਵਿੱਚ ਸਾਮਾਨ ਖਰੀਦਣ ਦੇ ਲਈ 7 ਵਜੇ ਤੋਂ 11 ਵਜੇ ਦੇ ਵਿਚਕਾਰ ਆਪਣੀ ਗੱਡੀਆਂ ਦੀ ਵਰਤੋਂ ਨਹੀਂ ਕਰ ਸਕਦਾ। ਜਿਹੜੇ ਬੰਦਿਆਂ ਨੂੰ ਆਲਰੇਡੀ ਪਰਮਿਟ ਪਾਸ ਵਗੈਰਾ ਮਿਲੇ ਹੋਏ ਨੇ, ਭਾਵੇਂ ਉਹ ਆਫਿਸ ਜਾਣ ਵਾਸਤੇ ਮਿਲੇ ਹੋਣ, ਭਾਵੇਂ ਇੰਡਸਟਰੀ ਵਿੱਚ ਜਾਣ ਵਾਸਤੇ ਮਿਲੇ ਹੋਣ, ਭਾਵੇਂ ਬੈਂਕ ਵਿੱਚ ਜਾਣ ਵਾਸਤੇ ਮਿਲੇ ਹੋਣ, ਭਾਵੇਂ ਹਸਪੀਟਲ ਜਾਣ ਵਾਸਤੇ ਮਿਲੇ ਹੋਣ, ਕਿਸੇ ਵੀ ਚੀਜ਼ ਦੇ ਵਾਸਤੇ ਜਿਸ ਬੰਦੇ ਨੂੰ ਪਾਸ ਮਿਲਿਆ ਹੋਇਆ ਹੈ, ਕੇਵਲ ਔਰ ਕੇਵਲ ਉਹੀ ਬੰਦਾ ਜਿਹੜਾ ਹੈਗਾ ਇਸ ਟਾਈਮ ਦੇ ਦੌਰਾਨ ਆਪਣੇ ਦਫ਼ਤਰਾਂ ਨੂੰ ਜਾਂ ਆਪਣੀ ਜਿਹੜੀ ਵੀ ਥਾਂ 'ਤੇ ਉਹਨੂੰ ਜਾਣਾ ਹੁੰਦਾ ਉਸ ਥਾਂ ਨੂੰ ਜਾਣ ਲਈ ਵਹੀਕਲ ਦੀ ਵਰਤੋਂ ਕਰ ਸਕਦਾ ਹੈ। ਆਮ ਆਦਮੀ ਜਿਹੜਾ ਹੈਗਾ ਕੇਵਲ ਔਰ ਕੇਵਲ ਪੈਦਲ ਹੀ ਜੋ ਵੀ ਕਾਊਂਟਰ ਦੇ ਵਿੱਚ ਸਮਾਨ ਖਰੀਦਣ ਵਾਸਤੇ ਜਾਣਾ ਹੈ ਜਾ ਸਕਦਾ ਹੈ। ਇਹ ਘਰੋਂ ਸਿਰਫ ਇੱਕ ਬੰਦਾ ਜਾਊਗਾ, ਇੱਕ ਬੰਦੇ ਤੋਂ ਵੱਧ ਨਾ ਜਾਵੇ। ਦੂਜਾ ਜਿਹੜਾ ਇਸ਼ੂ ਹੈਗਾ ਉਹ ਅੱਜ ਕੁਝ ਲੋਕਾਂ ਨੇ ਸਵਾਲ ਸਾਨੂੰ ਕੀਤਾ ਸੀਗਾ ਕਿ ਕਿਹੜੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਇਸ ਵੇਲੇ ਖੁੱਲ੍ਹੀਆਂ ਹੋਈਆਂ ਨੇ। ਤਾਂ ਉਹਦੇ ਵਿੱਚ ਮੈਂ ਕਲੀਅਰ ਕਰਨਾ ਚਾਹਾਂਗਾ ਕਿ ਅਸੀਂ ਸਿਰਫ ਔਰ ਸਿਰਫ ਉਹੀ ਦੁਕਾਨਾਂ ਜਿਨ੍ਹਾਂ ਨੂੰ ਅਸੀਂ ਆਲਰੇਡੀ ਪਰਮਿਸ਼ਨ ਜਾਂ ਪਰਮਿਟ ਦਿੱਤਾ ਹੋਇਆ ਹੈ, ਕੇਵਲ ਔਰ ਕੇਵਲ ਉਹ ਦੁਕਾਨਾਂ ਜਿਹੜੀਆਂ ਹੈਗੀਆਂ ਇਸ ਵੇਲੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਕਰ ਸਕਦੀਆਂ ਹਨ ਔਰ 11 ਵਜੇ ਤੋਂ ਸ਼ਾਮੀ 7 ਵਜੇ ਤੱਕ ਹੋਮ ਡਿਲੀਵਰੀ ਦਾ ਜਿਹੜਾ ਕੰਮ ਹੈਗਾ ਉਹ ਕਰ ਸਕਦੀਆਂ ਹਨ। ਸਵੇਰੇ 7 ਵਜੇ ਤੋਂ 11 ਵਜੇ ਦੇ ਵਿਚਕਾਰ ਕੋਈ ਵੀ ਹੋਮ ਡਿਲੀਵਰੀ ਅਲਾਉ ਨਹੀਂ ਕੀਤੀ ਜਾਵੇਗੀ ਔਰ 11 ਵਜੇ ਤੋਂ 7 ਵਜੇ ਤੱਕ ਕੋਈ ਵੀ ਕਾਊਂਟਰ ਸੇਲ ਜਿਹੜੀ ਹੈਗੀ ਉਹ ਅਲਾਉ ਨਹੀਂ ਕੀਤੀ ਜਾਵੇਗੀ। ਤਾਂ ਇਹ ਜਿਹੜੀ ਵੀ ਕਾਊਂਟਰ ਸੇਲ ਹੈਗੀ ਉਹ ਸਵੇਰੇ 7 ਵਜੇ ਤੋਂ 11 ਵਜੇ ਤੱਕ ਹੋਣੀ ਹੈ ਔਰ 11 ਵਜੇ ਤੋਂ 7 ਵਜੇ ਸ਼ਾਮੀ 7 ਵਜੇ ਤੱਕ ਹੋਮ ਡਿਲੀਵਰੀ ਹੋ ਸਕਦੀ ਹੈ। ਥੋਕ ਦੀ ਦੁਕਾਨਾਂ ਜਿਹੜੀਆਂ ਅਸੀਂ ਪਰਮਿਟ ਕੀਤੀਆਂ ਸੀਗੀਆਂ ਪਹਿਲਾਂ, ਉਹ ਸਿਰਫ ਸ਼ਾਮੀ 11 ਵਜੇ ਤੋਂ 7 ਵਜੇ ਤੱਕ ਹੀ ਖੁੱਲ੍ਹ ਸਕਦੀਆਂ ਹਨ ਔਰ ਥੋਕ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਆਪਣਾ ਸਾਮਾਨ ਜਿਹੜਾ ਹੈਗਾ ਰਿਟੇਲ ਦੀ ਦੁਕਾਨਾਂ ਤੱਕ ਪਹੁੰਚਾਉਣ ਦੇ ਵਾਸਤੇ ਜ਼ਿੰਮੇਵਾਰ ਹੋਣਗੀਆਂ। ਇਸ ਤੋਂ ਇਲਾਵਾ ਜਿਹੜੀ ਰਿਲੈਕਸੇਸ਼ਨ ਐਕਸਟਰਾ ਜਿਹੜੀ ਸੀਗੀ ਉਹ ਸਿਰਫ ਔਰ ਸਿਰਫ ਉਹਨਾਂ ਦੁਕਾਨਾਂ ਦੇ ਵਾਸਤੇ ਸੀਗੀ ਜਿਹੜੀ ਕਿ ਸਟੈਂਡ ਅਲੋਨ ਦੁਕਾਨਾਂ ਹੈਗੀਆਂ, ਜਿਨ੍ਹਾਂ ਦੇ ਖੱਬੇ ਔਰ ਸੱਜੇ ਕੋਈ ਵੀ ਦੁਕਾਨ ਨਹੀਂ ਹੈਗੀ।
ਕਲੀਅਰ ਕਰ ਦੇਵਾਂ, ਖੱਬੇ ਔਰ ਸੱਜੇ ਕੋਈ ਦੁਕਾਨ ਨਹੀਂ ਹੈਗੀ, ਇਕੱਲੀ ਦੁਕਾਨ ਜਿਹੜੀ ਹੈਗੀ ਉਹ ਦੁਕਾਨਾਂ ਨੂੰ ਅਸੀਂ ਖੋਲ੍ਹਣ ਵਾਸਤੇ ਪਰਮਿਸ਼ਨ ਦਿੱਤੀ ਹੈਗੀ। ਔਰ ਇਸ ਤੋਂ ਇਲਾਵਾ ਜਿਹੜੇ ਗੇਟਡ ਰੈਜ਼ੀਡੈਂਸ਼ੀਅਲ ਕਲੋਨੀਜ਼ ਹੈਗੀਆਂ ਉਹਦੇ ਵਿੱਚ ਜਿਹੜੀਆਂ ਦੁਕਾਨਾਂ ਹੈਗੀਆਂ ਉਹਨਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਹੈਗੀ। ਇਹ ਸਟੈਂਡ ਅਲੋਨ ਦੁਕਾਨਾਂ ਤੇ ਰੈਜ਼ੀਡੈਂਸ਼ੀਅਲ ਕਲੋਨੀਜ਼ ਦੇ ਅੰਦਰ ਜਿਹੜੀਆਂ ਰੈਜ਼ੀਡੈਂਸ਼ੀਅਲ ਗੇਟਡ ਕਲੋਨੀਆਂ ਦੇ ਅੰਦਰ ਜਿਹੜੀਆਂ ਦੁਕਾਨਾਂ ਹੈਗੀਆਂ ਇਹ ਵੀ ਸਵੇਰੇ 7 ਵਜੇ ਤੋਂ 11 ਵਜੇ ਤੱਕ ਹੀ ਖੁੱਲ੍ਹ ਸਕਦੀਆਂ ਹਨ। ਇਸ ਤੋਂ ਇਲਾਵਾ ਮੈਂ ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਕਾਈਂਡਲੀ ਲੋਕ ਜਿਹੜੇ ਹੈਗੇ ਡਿਸਿਪਲਿਨ ਦੇ ਵਿੱਚ ਰਹਿਣ। ਇਹ ਰਿਲੈਕਸੇਸ਼ਨ ਜਿਹੜੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਤੁਹਾਡੇ ਡਿਸਿਪਲਿਨ ਨੂੰ ਪਾਸਟ ਦੇ ਵਿੱਚ ਦੇਖਦੇ ਹੋਏ ਹੀ ਦਿੱਤੀਆਂ ਜਾ ਰਹੀਆਂ ਹਨ। ਹੁਣ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨਾ ਕੀਤੀ ਜਾਵੇ ਕਿ ਇਹ ਜਿਹੜੀਆਂ ਰਿਲੈਕਸੇਸ਼ਨਸ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਵਿਡਰੋ ਕਰਨਾ ਪੈ ਜਾਵੇ। ਤਾਂ ਇਸ ਕਰਕੇ ਕਾਈਂਡਲੀ ਸਾਰੇ ਕੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਪਾਲਣਾ ਕरें ਔਰ ਜਿਹੜੀ ਰਿਲੈਕਸੇਸ਼ਨ ਸਰਕਾਰ ਵੱਲੋਂ ਦਿੱਤੀ ਜਾ ਰਹੀਆਂ ਨੇ, ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਉਹਨਾਂ ਦੀ ਪਾਲਣਾ ਕਰਨ। ਇੱਕ ਹੋਰ ਅੱਜ ਵੱਡਾ ਡਿਵੈਲਪਮੈਂਟ ਜਿਹੜਾ ਹੈਗਾ ਉਹ ਇਹ ਹੈਗਾ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਮਾਈਗ੍ਰੇਟਰੀ ਜਿਹੜੇ ਲੋਕ ਹੈਗੇ ਉਹਨਾਂ ਦੇ ਵਾਸਤੇ ਨਵੀਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹ ਜਾਰੀ ਕੀਤੀਆਂ ਗਈਆਂ ਹਨ। ਉਸ ਗਾਈਡਲਾਈਨ ਦੇ ਮੁਤਾਬਕ ਜੇ ਦੋਨੋਂ ਸਟੇਟ ਯਾਨੀ ਕਿ ਜਿਹੜਾ ਸਟੇਟ ਦੇ ਵਿੱਚ ਇਸ ਵੇਲੇ ਮਾਈਗ੍ਰੇਟਰੀ ਪੋਪੂਲੇਸ਼ਨ ਹੈਗੀ ਜਾਂ ਉਹ ਵਾਲਾ ਸਟੇਟ ਜਿੱਥੋਂ ਉਹ ਬਿਲੋਂਗ ਕਰਦਾ ਹੈ, ਜੇ ਦੋਨੋਂ ਸਟੇਟ ਜਿਹੜੇ ਹੈਗੇ ਇਸ ਚੀਜ਼ ਦੇ ਉੱਤੇ ਐਗਰੀ ਕਰਦੇ ਨੇ ਕਿ ਲੇਬਰ ਜਿਹੜੀ ਹੈਗੀ ਇੱਕ ਥਾਂ ਤੋਂ ਦੂਜੀ ਥਾਂ ਦੇ ਵਾਸਤੇ ਜਾ ਸਕਦੀ ਹੈ। ਮੈਂ ਇਸ ਵਿੱਚ ਰਿਪੀਟ ਕਰਨਾ ਚਾਹਾਂਗਾ ਕਿ ਦੋਨੋਂ ਸਟੇਟਾਂ ਨੇ ਅਪਰੂਵਲ ਦੇਣੀ ਹੈ, ਭੇਜਣ ਵਾਲੀ ਸਟੇਟ ਨੂੰ ਵੀ ਅਪਰੂਵਲ ਦੇਣੀ ਹੈ ਔਰ ਜਿਹੜੀ ਸਟੇਟ ਦੇ ਵਿੱਚ ਉਹ ਬੰਦੇ ਪੁੰਜਣਗੇ ਉਸ ਸਟੇਟ ਨੇ ਵੀ ਇਸ ਦੇ ਵਿੱਚ ਜੇ ਪਰਮਿਸ਼ਨ ਦਿੰਦੀ ਹੈ ਤਾਂ ਹੀ ਅਸੀਂ ਇਸ ਤਰ੍ਹਾਂ ਦੀ ਮੂਵਮੈਂਟ ਜਿਹੜੀ ਹੈਗੀ ਉਸ ਨੂੰ ਕੰਡੀਸ਼ਨਲ ਤੌਰ ਤੇ ਅਲਾਉ ਕਰਾਂਗੇ। ਉਸ ਦੇ ਵਾਸਤੇ ਇੱਕ ਪ੍ਰੋਸੀਜਰ ਜਿਹੜਾ ਹੈਗਾ ਉਹ ਬਣਾਇਆ ਜਾ ਰਿਹਾ ਹੈ। ਇੱਕ ਗਵਰਨਮੈਂਟ ਦਾ ਜਿਹੜਾ ਵੈਬਸਾਈਟ ਹੈਗੀ covid.punjab.gov.in covidhelp.punjab.gov.in ਇਸ ਦੇ ਉੱਤੇ ਇੱਕ ਪ੍ਰੋਸੈਸ ਜਿਹੜਾ ਹੈਗਾ ਉਹ ਅਪਲੋਡ ਕੀਤਾ ਜਾਵੇਗਾ। ਇਹਦੇ ਉੱਤੇ ਇੱਕ ਐਪ ਜਾਂ ਲਿੰਕ ਜਿਹੜੀ ਹੈਗੀ ਉਹ ਅਪਲੋਡ ਕੀਤੀ ਜਾਵੇਗੀ ਕੱਲ੍ਹ ਸਵੇਰ ਤੋਂ ਔਰ ਉੱਥੇ ਬੰਦੇ ਜਿਹੜੇ ਵੀ ਜਾਣਾ ਚਾਹੁੰਦੇ ਨੇ ਉਹ ਉੱਥੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਹ ਸਿਰਫ ਔਰ ਸਿਰਫ ਉਹਨਾਂ ਦੇ ਵਾਸਤੇ ਹੈਗਾ ਜਿਹੜੇ ਕਿ ਬੰਦੇ ਜਾਣਾ ਚਾਹੁੰਦੇ ਨੇ। ਉਸ ਤੋਂ ਬਾਅਦ ਜਾਣ ਤੋਂ ਪਹਿਲਾਂ ਉਹਨਾਂ ਬੰਦਿਆਂ ਦੀ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਸਕਰੀਨਿੰਗ ਵੀ ਜਿਹੜੀ ਹੈਗੀ ਉਹ ਕੀਤੀ ਜਾਵੇਗੀ ਔਰ ਸਕਰੀਨਿੰਗ ਦੇ ਵਿੱਚ ਚੈੱਕ ਕੀਤਾ ਜਾਵੇਗਾ ਕਿ ਬੰਦੇ ਜਿਹੜੇ ਹੈਗੇ ਉਹ ਹੈਲਦੀ ਹੈਗੇ ਜਾਂ ਨਹੀਂ ਹੈਗੇ ਔਰ ਉਸ ਤੋਂ ਬਾਅਦ ਹੀ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਜਿਹੜੀ ਹੈਗੀ ਉਹ ਦਿੱਤੀ ਜਾਵੇਗੀ। ਹੁਣ ਜਾਣ ਦਾ ਮੋਡ ਕੀ ਹੋਵੇਗਾ ਉਹ ਚੀਜ਼ ਜਿਹੜੀਆਂ ਹੈਗੀਆਂ ਹਾਲੇ ਵਰਕਆਊਟ ਹੋ ਰਹੀਆਂ ਨੇ ਔਰ ਜਦ ਵੀ ਉਸ ਦੇ ਬਾਰੇ ਕਲੈਰਿਟੀ ਆਵੇਗੀ ਉਹ ਲੋਕਾਂ ਦੇ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ। ਥੈਂਕ ਯੂ।